ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮਾਸਟਰ ਅਕੈਡਮੀ ਤੇ ਲੈਕਚਰ ਅਕੈਡਮੀ ਦੀ ਤਿਆਰੀ ਕਰ ਰਹੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਪੋਲੀਟੀਕਲ ਸਾਇੰਸ ਦੇ ਇੱਕ ਬਹੁਤ ਹੀ ਖਾਸ ਟੌਪਿਕ ਯਾਨੀ ਕਿ ਨਿਆਂ ਜਾਂ ਜਸਟਿਸ ਦੇ ਕੁਝ ਮਹੱਤਵਪੂਰਨ ਸਵਾਲਾਂ ਤੇ ਇੱਕ ਨਜ਼ਰ ਮਾਰਾਂਗੇ। ਤਾਂ ਫਿਰ ਤਿਆਰ ਹੋ ਸਾਰੇ? ਚਲੋ ਕੁਝ ਸਵਾਲਾਂ ਨਾਲ ਦੇਖਦੇ ਹਾਂ ਕਿ ਆਪਣੀ ਤਿਆਰੀ ਕਿੱਥੇ ਕੋ ਖੜੀ ਹੈ ਤੇ ਨਾਲ ਦੀ ਨਾਲ ਵਧੀਆ ਰਿਵੀਜ਼ਨ ਵੀ ਹੋ ਜਾਵੇਗੀ। ਆਓ ਸ਼ੁਰੂ ਕਰੀਏ ਫਿਰ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਨਿਆਂ ਦੀਆਂ ਕੁਝ ਬਿਲਕੁਲ ਬੇਸਿਕ ਗੱਲਾਂ ਕਰਾਂਗੇ, ਯਾਨੀ ਕਿ ਫਾਊਂਡੇਸ਼ਨਲ ਕਨਸੈਪਟਸ। ਦੇਖੋ, ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹੀ ਪੂਰੇ ਟੌਪਿਕ ਦੀ ਨੀਂਹ ਹਨ। ਲਓ ਜੀ, ਆ ਗਿਆ ਆਪਣਾ ਪਹਿਲਾ ਸਵਾਲ। ਬਹੁਤ ਹੀ ਬੁਨਿਆਦੀ ਸਵਾਲ ਹੈ ਪਰ ਪੇਪਰਾਂ 'ਚ ਅਕਸਰ ਪੁੱਛ ਲਿਆ ਜਾਂਦਾ ਹੈ। ਸੋਚੋ ਦੋਸਤੋ, ਤੁਹਾਡੇ 5 ਸੈਕਿੰਡ ਸ਼ੁਰੂ ਹੁੰਦੇ ਨੇ ਹੁਣ। ਬਿਲਕੁਲ ਸਹੀ ਜਵਾਬ ਹੈ ਆਪਸ਼ਨ ਏ, ਜਸ। ਦੇਖੋ, ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਜਸਟਿਸ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਜਸ ਤੋਂ ਨਿਕਲਿਆ ਹੈ, ਜਿਸ ਦਾ ਮਤਲਬ ਹੁੰਦਾ ਹੈ ਬੰਧਨ ਜਾਂ ਜੋੜਨਾ। ਇਸ ਤੋਂ ਹੀ ਪਤਾ ਲੱਗਦਾ ਹੈ ਕਿ ਨਿਆਂ ਦਾ ਸੰਕਲਪ ਸ਼ੁਰੂ ਤੋਂ ਹੀ ਕਾਨੂੰਨ ਤੇ ਨਿਯਮਾਂ ਨਾਲ ਜੁੜਿਆ ਹੋਇਆ ਹੈ। ਚਲੋ ਹੁਣ ਅਗਲੇ ਸਵਾਲ ਵੱਲ ਵਧਦੇ ਹਾਂ। ਇਸ ਵਾਰ ਥੋੜਾ ਨਿਆਂ ਦੇ ਕਾਨੂੰਨੀ ਪੱਖ ਤੇ ਧਿਆਨ ਦੇਣਾ ਹੈ। ਕਾਨੂੰਨ ਦੀ ਨਜ਼ਰ 'ਚ ਨਿਆਂ ਦਾ ਕੀ ਮਤਲਬ ਹੈ? ਬਹੁਤ ਵਧੀਆ ਜਵਾਬ ਹੈ ਆਪਸ਼ਨ ਏ। ਦੇਖੋ, ਜਦੋਂ ਆਪਾਂ ਕਾਨੂੰਨੀ ਨਿਆਂ ਦੀ ਗੱਲ ਕਰਦੇ ਹਾਂ ਤਾਂ ਉਸ ਦਾ ਸਿੱਧਾ ਮਤਲਬ ਹੁੰਦਾ ਹੈ ਕਿ ਜੋ ਕਾਨੂੰਨ, ਜੋ ਨਿਯਮ ਬਣੇ ਹੋਏ ਨੇ, ਉਹਨਾਂ ਦੀ ਇਮਾਨਦਾਰੀ ਨਾਲ ਪਾਲਣਾ ਕੀਤੀ ਜਾਵੇ। ਇਹ ਸਵਾਲ ਥੋੜਾ ਜਿਹਾ ਡੂੰਘਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਨਿਆਂ ਹੀ ਸਮਾਨਤਾ ਹੈ ਤਾਂ ਇਸ ਦਾ ਅਸਲ 'ਚ ਮਤਲਬ ਕੀ ਹੁੰਦਾ ਹੈ? ਸਾਰੀਆਂ ਆਪਸ਼ਨਾਂ ਨੂੰ ਧਿਆਨ ਨਾਲ ਪੜ੍ਹ ਕੇ ਸੋਚੋ। ਹਾਂਜੀ, ਸਹੀ ਜਵਾਬ ਹੈ ਬੀ। ਇਹ ਬਹੁਤ ਜ਼ਰੂਰੀ ਪੁਆਇੰਟ ਹੈ। ਨਿਆਂ ਦਾ ਮਤਲਬ ਇਹ ਬਿਲਕੁਲ ਨਹੀਂ ਹੁੰਦਾ ਕਿ ਸਾਰਿਆਂ ਨੂੰ ਇੱਕੋ ਜਿਹੀ ਚੀਜ਼ ਦੇ ਦਿੱਤੀ ਜਾਵੇ, ਬਲਕਿ ਇਹ ਹੈ ਕਿ ਸਮਾਨ ਲੋਕਾਂ ਨਾਲ ਸਮਾਨ ਵਿਵਹਾਰ ਕੀਤਾ ਜਾਵੇ, ਯਾਨੀ ਕਿ ਯੋਗਤਾ ਤੇ ਯੋਗਦਾਨ ਦੇ ਹਿਸਾਬ ਨਾਲ ਅਨੁਪਾਤਿਕ ਵੰਡ ਹੋਵੇ। ਚਲੋ ਜੀ, ਹੁਣ ਆਪਾਂ ਚੱਲਦੇ ਹਾਂ ਪੱਛਮੀ ਰਾਜਨੀਤਿਕ ਵਿਚਾਰਧਾਰਾ ਦੇ ਦੋ ਸਭ ਤੋਂ ਵੱਡੇ ਥੰਮਾਂ ਵੱਲ, ਪਲੇਟੋ ਅਤੇ ਅਰਸਤੂ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇਹਨਾਂ ਦੇ ਵਿਚਾਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਸਵਾਲ ਤਾਂ ਪੱਕਾ ਹੀ ਆਉਂਦਾ ਹੈ। ਇਹ ਸਵਾਲ ਸਿੱਧਾ ਪਲੇਟੋ ਦੇ ਦਰਸ਼ਨ ਦੇ ਦਿਲ ਚੋਂ ਹੈ। ਪਲੇਟੋ ਨੇ ਜਿਹੜੇ ਆਦਰਸ਼ ਰਾਜ ਦੀ ਕਲਪਨਾ ਕੀਤੀ ਸੀ, ਉਸ ਵਿੱਚ ਨਿਆਂ ਦਾ ਕੀ ਮਤਲਬ ਸੀ? ਬਿਲਕੁਲ ਸਹੀ ਜਵਾਬ ਹੈ ਸੀ। ਪਲੇਟੋ ਦਾ ਮੰਨਣਾ ਸੀ ਕਿ ਇੱਕ ਨਿਆਂਪੂਰਨ ਸਮਾਜ ਉਹੀ ਹੈ ਜਿੱਥੇ ਹਰ ਬੰਦਾ ਉਹ ਕੰਮ ਕਰੇ ਜਿਸ ਲਈ ਉਹ ਕੁਦਰਤੀ ਤੌਰ ਤੇ ਬਣਿਆ ਹੈ ਤੇ ਦੂਜਿਆਂ ਦੇ ਕੰਮ 'ਚ ਦਖਲ ਨਾ ਦੇਵੇ। ਇਸ ਨੂੰ ਫੰਕਸ਼ਨਲ ਸਪੈਸ਼ਲਾਈਜੇਸ਼ਨ ਵੀ ਕਿਹਾ ਜਾਂਦਾ ਹੈ। ਆ ਇੱਕ ਹੋਰ ਬਹੁਤ ਹੀ ਮਸ਼ਹੂਰ ਸਵਾਲ ਹੈ ਜੋ ਅਕਸਰ ਪੇਪਰਾਂ ਦੀ ਸ਼ਾਨ ਬਣਦਾ ਹੈ। ਪਲੇਟੋ ਨੇ ਆਪਣੇ ਨਿਆਂ ਦੇ ਸਿਧਾਂਤ ਬਾਰੇ ਕਿਸ ਕਿਤਾਬ ਵਿੱਚ ਲਿਖਿਆ ਹੈ? ਜੀ ਹਾਂ, ਬਿਲਕੁਲ, ਇਸ ਦਾ ਜਵਾਬ ਹੈ ਸੀ, ਦ ਰਿਪਬਲਿਕ। ਇਹ ਕਿਤਾਬ ਮਾਸਟਰ ਕੈਡਰ ਦੇ ਇਮਤਿਹਾਨ ਲਈ ਬਹੁਤ ਜ਼ਰੂਰੀ ਹੈ, ਇਸ ਨੂੰ ਭੁੱਲਣਾ ਨਹੀਂ। ਤੁਹਾਨੂੰ ਪਤਾ ਹੈ ਕਿ ਦ ਰਿਪਬਲਿਕ ਦਾ ਦੂਜਾ ਨਾਮ ਹੀ ਕੰਸਰਨਿੰਗ ਜਸਟਿਸ ਹੈ। ਹੁਣ ਵਾਰੀ ਹੈ ਪਲੇਟੋ ਦੇ ਸ਼ਾਗਿਰਦ ਅਰਸਤੂ ਦੀ। ਭਾਵੇਂ ਉਹ ਗੁਰੂ ਚੇਲੇ ਸਨ, ਪਰ ਨਿਆਂ ਬਾਰੇ ਉਹਨਾਂ ਦੇ ਵਿਚਾਰਾਂ 'ਚ ਥੋੜਾ ਫਰਕ ਸੀ। ਦੱਸੋ ਫਿਰ ਕੀ ਜਵਾਬ ਹੈ ਇਸ ਦਾ? ਸਹੀ ਜਵਾਬ ਹੈ ਡੀ, ਅਰਿਸਤੂ। ਜਿੱਥੇ ਪਲੇਟੋ ਕੰਮ ਦੀ ਵੰਡ ਤੇ ਜ਼ੋਰ ਦਿੰਦਾ ਹੈ, ਉੱਥੇ ਅਰਿਸਤੂ ਅਨੁਪਾਤਕ ਨਿਆਂ ਯਾਨੀ ਪ੍ਰੋਪੋਰਸ਼ਨਲ ਜਸਟਿਸ ਦੀ ਗੱਲ ਕਰਦਾ ਹੈ। ਮਤਲਬ ਕਿ ਇਨਾਮ ਜਾਂ ਸਜ਼ਾ ਕਿਸੇ ਦੇ ਯੋਗਦਾਨ ਜਾਂ ਗਲਤੀ ਦੇ ਅਨੁਪਾਤ 'ਚ ਹੋਣੀ ਚਾਹੀਦੀ ਹੈ। ਪੁਰਾਣੇ ਚਿੰਤਕਾਂ ਤੋਂ ਬਾਅਦ ਹੁਣ ਵਾਰੀ ਹੈ ਆਧੁਨਿਕ ਸਿਧਾਂਤਾਂ ਦੀ। ਇਹ ਵੀ ਚੰਗੇ ਨੰਬਰ ਲੈਣ ਲਈ ਓਨੇ ਹੀ ਜ਼ਰੂਰੀ ਨੇ ਕਿਉਂਕਿ ਇਹਨਾਂ 'ਚੋਂ ਵੀ ਸਵਾਲ ਬਣਦੇ ਹੀ ਬਣਦੇ ਨੇ। 20ਵੀਂ ਸਦੀ ਦੇ ਰਾਜਨੀਤਿਕ ਫਲਸਫੇ ਵਿੱਚ ਇਸ ਕਿਤਾਬ ਨੇ ਇੱਕ ਤਰ੍ਹਾਂ ਨਾਲ ਕ੍ਰਾਂਤੀ ਲਿਆ ਦਿੱਤੀ ਸੀ। ਇਹ ਕਿਸ ਦੀ ਰਚਨਾ ਹੈ? ਧਿਆਨ ਨਾਲ ਸੋਚ ਕੇ ਜਵਾਬ ਦਿਓ। ਸਹੀ ਜਵਾਬ ਹੈ ਸੀ, ਜੌਨ ਰੌਲਸ। ਯਾਦ ਰੱਖਿਓ, ਇਹ ਥਿਊਰੀ ਆਫ ਜਸਟਿਸ 20ਵੀਂ ਸਦੀ ਦੀ ਰਾਜਨੀਤਿਕ ਫਿਲਾਸਫੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਕਿਤਾਬਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਲੈਕਚਰਰ ਕੈਡੇ ਦੇ ਪੇਪਰਾਂ 'ਚ ਇਹ ਸਵਾਲ ਕਈ ਵਾਰ ਆ ਚੁੱਕਾ ਹੈ। ਇਹ ਸਵਾਲ ਜੌਨ ਰੌਲਸ ਦੇ ਸਿਧਾਂਤ ਦੀ ਹੋਰ ਗਹਿਰਾਈ 'ਚ ਜਾਂਦਾ ਹੈ। ਉਸ ਦੇ ਡਿਸਟ੍ਰੀਬਿਊਟ ਆਫ ਜਸਟਿਸ ਯਾਨੀ ਕਿ ਵਿਤਰਕ ਨਿਆਂ ਦਾ ਮੁੱਖ ਆਧਾਰ ਕੀ ਸੀ? ਹਾਂਜੀ, ਇਸ ਦਾ ਜਵਾਬ ਹੈ ਏ। ਰੌਲਸ ਦਾ ਪੂਰਾ ਸਿਧਾਂਤ
ਨਿਆਂ ਨਿਰਪੱਖਤਾ ਦੇ ਰੂਪ ਵਿੱਚ, ਯਾਨੀ ਜਸਟਿਸ ਐਜ਼ ਫੇਅਰਨੈਸ ਤੇ ਟਿਕਿਆ ਹੋਇਆ ਹੈ। ਇਸ ਵਿੱਚ ਉਸ ਦਾ ਇੱਕ ਮਸ਼ਹੂਰ ਡਿਫਰੈਂਸ ਪ੍ਰਿੰਸੀਪਲ ਵੀ ਹੈ, ਜੋ ਕਹਿੰਦਾ ਹੈ ਕਿ ਸਮਾਜਿਕ ਤੇ ਆਰਥਿਕ ਅਸਮਾਨਤਾਵਾਂ ਤਾਂ ਹੀ ਜਾਇਜ਼ ਹੋ ਸਕਦੀਆਂ ਨੇ ਜੇਕਰ ਉਸ ਸਮਾਜ ਦੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਦੇਣ। ਲੋ ਜੀ, ਆ ਗਿਆ ਸਾਡਾ ਆਖਰੀ ਸਵਾਲ। ਇਹ ਨਿਆਂ ਤੇ ਇੱਕ ਆਲੋਚਨਾਤਮਕ ਨਜ਼ਰੀਆ ਪੇਸ਼ ਕਰਦਾ ਹੈ। ਕਿਹੜੀ ਵਿਚਾਰਧਾਰਾ ਹੈ ਜੋ ਇਹ ਮੰਨਦੀ ਹੈ ਕਿ ਪੂੰਜੀਵਾਦ ਵਿੱਚ ਸੱਚਾ ਨਿਆਂ ਹੋ ਹੀ ਨਹੀਂ ਸਕਦਾ? ਇਸ ਦਾ ਜਵਾਬ ਹੈ ਏ, ਮਾਰਕਸਵਾਦ। ਮਾਰਕਸਵਾਦੀ ਵਿਚਾਰਧਾਰਾ ਦੇ ਮੁਤਾਬਿਕ ਪੂੰਜੀਵਾਦੀ ਸਿਸਟਮ ਦੀ ਨੀਂਹ ਹੀ ਸ਼ੋਸ਼ਣ ਤੇ ਟਿਕੀ ਹੋਈ ਹੈ, ਜਿੱਥੇ ਇੱਕ ਜਮਾਤ ਦੂਜੀ ਦਾ ਸ਼ੋਸ਼ਣ ਕਰਦੀ ਹੈ। ਇਸ ਲਈ ਉਹ ਕਹਿੰਦੇ ਨੇ ਕਿ ਜਦੋਂ ਤੱਕ ਇਹ ਸਿਸਟਮ ਹੈ, ਉਦੋਂ ਤੱਕ ਸੱਚਾ ਆਰਥਿਕ ਨਿਆਂ ਆ ਹੀ ਨਹੀਂ ਸਕਦਾ। ਤਾਂ ਇਹ ਸੀ ਆਪਣਾ ਨਿਆਂ ਦੇ ਵਿਸ਼ੇ ਤੇ ਇੱਕ ਛੋਟਾ ਜਿਹਾ ਕੁਇਜ਼। ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਜਵਾਬ ਸਹੀ ਹੋਏ। ਤੇ ਯਾਦ ਰੱਖਿਓ, ਜੇ ਕੋਈ ਸਵਾਲ ਗਲਤ ਵੀ ਹੋਇਆ ਤਾਂ ਘਬਰਾਉਣਾ ਨਹੀਂ। ਇੱਥੇ ਕੀਤੀ ਗਈ ਹਰ ਗਲਤੀ ਇਮਤਿਹਾਨ ਹਾਲ ਵਿੱਚ ਇੱਕ ਸਹੀ ਜਵਾਬ ਦੀ ਗਾਰੰਟੀ ਬਣ ਕੇ ਆਵੇਗੀ। ਬਸ ਲੱਗੇ ਰਹੋ। ਆਪਣੀ ਰਿਵੀਜ਼ਨ ਇਸੇ ਤਰ੍ਹਾਂ ਜਾਰੀ ਰੱਖੋ ਤੇ ਪੂਰੇ ਫੋਕਸ ਨਾਲ ਤਿਆਰੀ ਕਰਦੇ ਰਹੋ। ਤੇ ਜਾਂਦੇ ਇਸ ਸਵਾਲ ਤੇ ਜ਼ਰੂਰ ਸੋਚਣਾ ਕਿ ਕਿਤਾਬਾਂ ਤੇ ਪੇਪਰਾਂ ਤੋਂ ਹਟ ਕੇ ਸਾਡੀ ਅਸਲ ਜ਼ਿੰਦਗੀ ਵਿੱਚ ਨਿਆਂ ਦੇ ਅਸਲੀ ਮਾਇਨੇ ਕੀ ਹਨ। ਤੁਹਾਡੀ ਪ੍ਰੀਖਿਆ ਲਈ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।